अरे भाई मुझे रिवाइव करो। अरे भाई मुझे रिवाइव करो। चल 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 चल। अरे भाई मुझे रिवाइव करो, रिवाइव करो। चल 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 चल। अरे भाई मुझे रिवाइव करो। अरे भाई मुझे रिवाइव करो। चल 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 चल। अरे भाई मुझे रिवाइव करो, रिवाइव करो। चल 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 चल। ਤੇ ਇੱਕ ਸਕਰੀਨ ਦੀ ਜਿਹੜੀ ਐਡਿਕਸ਼ਨ ਹੋ ਰਹੀ ਹੈ ਨਾ, ਇਹ ਬਹੁਤ ਜ਼ਿਆਦਾ ਮੈਂਟਲ ਹੈਲਥ ਇਸ਼ੂਜ਼ ਇਹਦੇ ਕਰਕੇ ਆ ਰਹੇ ਨੇ। अरे भाई मुझे रिवाइव करो। अरे भाई मुझे रिवाइव करो। चल 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 चल। अरे भाई मुझे रिवाइव करो, रिवाइव करो। चल 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 चल। ਆਟੋਮੈਟਿਕਲੀ ਉਹਨਾਂ ਦਾ ਦਿਮਾਗ ਵੀ ਇਸ ਤਰ੍ਹਾਂ ਟਿਊਨ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਹ ਮਾਰ ਕੁਟਾਈ ਜਿਹੜੀ ਹੈ ਇਹ ਨਾਰਮਲ ਲੱਗਣ ਲੱਗ ਜਾਂਦੀ ਹੈ। ਜਿਹੜੀ ਇਹ ਸ਼ੂਟਿੰਗ ਗੇਮਸ ਨੇ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਬੱਚਿਆਂ ਦੀ ਸਾਈਕੋਲੋਜੀ ਤੇ। ਕਿ ਗੇਮ ਖੇਡਦੇ ਬੱਚੇ ਨੂੰ ਅਟੈਕ ਆ ਜਾਂਦਾ, ਉਹਦੀ ਕੀ ਖਾਸ ਵਜ੍ਹਾ ਰਹਿੰਦੀ ਆ ਕਿ ਹਾਰਟ ਅਟੈਕ ਉਹਨੂੰ ਆ ਜਾਂਦਾ? ਬੱਚਿਆਂ ਦੀ ਅੱਖਾਂ ਉੱਤੇ ਹੋ ਜਾਂਦੀ ਹੈ, ਝਟਕੇ ਆਣੇ ਸ਼ੁਰੂ ਹੋ ਜਾਂਦੇ ਹੈ। ਐਂਡ ਇਹ ਚੀਜ਼ ਜੇ ਕਈ ਵਾਰ ਸੀਰੀਅਸ ਹੋਈ ਤੇ ਇਹਦੇ ਨਾਲ ਮੌਤ ਵੀ ਹੋ ਸਕਦੀ ਹੈ। प्रॉब्लम हो रही है वो एग्रेशन के फॉर्म में गेम में निकालता है, तो माँ बाप और बच्चे के बीच में एक डिस्टेंस बनना शुरू हो जाता है। ਸਤਿ ਸ਼੍ਰੀ ਅਕਾਲ, ਮੈਂ ਸਫਰ, ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ। ਅੱਜ ਗੱਲ ਕਰਾਂਗੇ ਬੱਚਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਮੋਬਾਈਲ ਗੇਮਾਂ ਦੀ, ਮੋਬਾਈਲ ਖੇਡਾਂ ਦੀ। ਤੁਹਾਨੂੰ ਸੋਚਣਾ ਪਵੇਗਾ, ਤੁਹਾਨੂੰ ਆਪਣੇ ਬੱਚਿਆਂ ਦੇ ਕਮਰਿਆਂ ਦੇ ਵਿੱਚ ਜਾ ਕੇ ਦੇਖਣਾ ਪਵੇਗਾ ਕਿ ਬੱਚੇ ਕਿਹੋ ਜਿਹੀਆਂ ਗੇਮਾਂ ਖੇਡ ਰਹੇ ਨੇ। ਜੇਕਰ ਤੁਹਾਡੇ ਬੱਚੇ ਮਾਰ ਕੁਟਾਈ ਵਾਲੀਆਂ ਗੇਮਾਂ ਖੇਡ ਰਹੇ ਨੇ ਜੋ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਸਰਗਰਮ ਨੇ, ਤਾਂ ਤੁਹਾਡੇ ਲਈ ਇਹ ਵੇਲਾ ਸੋਚਣ ਦਾ ਵੇਲਾ ਹੈ, ਕਿਉਂਕਿ ਇਹ ਗੇਮਾਂ ਤੁਹਾਡੇ ਬੱਚਿਆਂ ਨੂੰ ਜੁਰਮ ਦੀ ਦੁਨੀਆ ਵੱਲ ਲਿਜਾ ਸਕਦੀਆਂ ਨੇ। ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਦਿਮਾਗ ਤੇ, ਮਨੋ ਮਸਤਕ ਤੇ ਡੂੰਘਾ ਤੇ ਗਲਤ ਅਸਰ ਪਾ ਸਕਦੀਆਂ ਨੇ। ਇਸ ਸਾਰੇ ਸਬੰਧ ਦੇ ਵਿੱਚ ਅਸੀਂ ਬੱਚਿਆਂ ਦੇ ਮਾਹਰ ਡਾਕਟਰ ਵਿਕਰਮ ਬੇਦੀ ਤੇ ਬੱਚਿਆਂ ਦੀ ਮਾਹਰ ਡਾਕਟਰ ਗੌਰੀ ਦੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵਿਸ਼ੇਸ਼ ਗੱਲਬਾਤ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ। ਧੰਨਵਾਦ ਜੀ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਰਹੂਗਾ ਕਿ ਜਿਹੜੇ ਬੱਚੇ ਮੋਬਾਈਲ ਗੇਮਾਂ ਖੇਡਦੇ ਨੇ, ਉਹਨਾਂ ਦੇ ਅੱਗੇ ਜਾ ਕੇ ਜਦੋਂ ਗੇਮਾਂ ਖੇਡਦੇ ਰਹਿੰਦੇ ਨੇ, ਉਹਨਾਂ ਦੀ ਸਾਈਕੀ ਕਿੱਦਾਂ ਇਹ ਗੇਮਾਂ ਚੇਂਜ ਕਰ ਦਿੰਦੀਆਂ ਨੇ, ਜਾਂ ਉਹਨਾਂ ਨੂੰ ਮਨੋ ਜਿਹੜੇ ਰੋਗ ਨੇ ਉਹ ਕਿੱਦਾਂ ਦੇ ਮਨੋ ਰੋਗ ਚਿੰਬੜ ਸਕਦੇ ਨੇ? ਦੇਖੋ, ਇੱਕ ਨਾ ਪੁਰਾਣਾ ਕਹਾਵਤ ਹੈ ਕਿ ਸੰਗਤ ਦਾ ਅਸਰ, ਤੇ ਜਿਹੜੇ ਅਸੀਂ ਦੇਖਦੇ ਹਾਂ ਹੁਣ ਬੱਚੇ ਹੁਣ ਗੇਮ ਦੇ ਵੱਲ ਐਡਿਕਸ਼ਨ ਹੋ ਰਹੀ ਹੈ, ਬਿਕੋਜ਼ ਹੁਣ ਸਕੂਲ ਵੀ ਸਾਡੇ ਆਨਲਾਈਨ ਹੋ ਗਏ ਹੈ, ਤੇ ਇੱਕ ਸਕਰੀਨ ਦੀ ਜਿਹੜੀ ਐਡਿਕਸ਼ਨ ਹੋ ਰਹੀ ਹੈ ਨਾ, ਇਹ ਬਹੁਤ ਜ਼ਿਆਦਾ ਮੈਂਟਲ ਹੈਲਥ ਇਸ਼ੂਜ਼ ਇਹਦੇ ਕਰਕੇ ਆ ਰਹੇ ਨੇ। ਹੁਣ ਇਹ ਮੈਂਟਲ ਹੈਲਥ ਇਸ਼ੂਜ਼ ਅੱਗੇ ਜਾ ਕੇ ਲਾਈਫ ਨੂੰ ਜਿਹੜਾ ਹੈ ਅਫੈਕਟ ਕਰਦੇ ਨੇ। ਬਹੁਤ ਜ਼ਿਆਦਾ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਅਗਰੈਸ਼ਨ ਵੱਧ ਰਿਹਾ ਹੈ। ਸਪੈਸ਼ਲੀ ਅਸੀਂ ਜੇ ਗੱਲ ਕਰੀਏ ਜਿਹੜੀ ਗੇਮਸ ਦੀ ਗੱਲ ਹੈ, ਜਿਹੜੀ ਸਭ ਤੋਂ ਡਾਊਨਲੋਡਡ ਗੇਮ ਹੈ, ਜੇ ਅਸੀਂ PUBG ਦੀ ਗੱਲ ਕਰੀਏ, ਦੈਟ ਇਜ਼ ਅ 3rd person ਸ਼ੂਟਿੰਗ ਗੇਮ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਸਿਰਫ ਮਾਰ, ਲੜਾਈ, ਸ਼ੂਟਿੰਗ, ਬੰਬਿੰਗ। ਤੇ ਜਦ ਸਾਡਾ ਯੂਥ ਇਸ ਚੀਜ਼ ਨਾਲ ਐਡਿਕਟਡ ਰਹਿੰਦਾ, ਬਿਕੋਜ਼ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਤਾਂ ਕੰਪੀਟੀਸ਼ਨਸ ਵੀ ਹੁੰਦੇ ਹੈ ਇਹੋ ਜਿਹੇ ਗੇਮਾਂ ਦੇ। ਤੇ ਜਦ ਇੱਕ ਕੋਈ ਵਿਅਕਤੀ ਦਿਨ 'ਚ 8-10 ਘੰਟੇ ਇੱਕ ਹੀ ਗੇਮ ਖੇਲ ਰਿਹਾ ਹੈ, ਆਟੋਮੈਟਿਕਲੀ ਉਹਨਾਂ ਦਾ ਦਿਮਾਗ ਵੀ ਇਸ ਤਰ੍ਹਾਂ ਟਿਊਨ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਹ ਮਾਰ ਕੁਟਾਈ ਜਿਹੜੀ ਹੈ ਇਹ ਨਾਰਮਲ ਲੱਗਣ ਲੱਗ ਜਾਂਦੀ ਹੈ। ਜੇ ਅਸੀਂ ਗੱਲ ਕਰੀਏ USA ਦੀ, ਹੁਣ USA ਵਿੱਚ ਅਸੀਂ ਦੇਖਦੇ ਹਾਂ ਮਹੀਨੇ 'ਚ 3-4 ਵਾਰ ਸਕੂਲਸ ਦੇ ਵਿੱਚ ਸ਼ੂਟਿੰਗਸ ਹੋ ਜਾਂਦੀ ਹੈ। ਬੱਚੇ ਜਿਹੜੇ ਹੈ ਗਨ ਲੈ ਕੇ ਆ ਕੇ, ਉਹਨਾਂ ਦੇ ਗਨ ਦੇ ਲਾਜ਼ ਅਨਫੋਰਚੂਨੇਟਲੀ ਇੰਨੇ ਸਟਰੋਂਗ ਨਹੀਂ ਨੇ,
ਤੇ ਸ਼ੂਟਿੰਗ ਬਹੁਤ ਆਮ ਤੌਰ ਤੇ ਪਾਈ ਜਾਂਦੀ ਹੈ ਸਕੂਲਾਂ ਵਿੱਚ। ਹੁਣ ਉਹਨਾਂ 'ਚ ਵੀ ਪ੍ਰੋਬਲਮ ਕੀ ਆ ਰਹੀ ਹੈ, ਦੇ ਆਰ ਆਲ ਬਲੇਮਿੰਗ ਕਿ ਗੇਮਸ ਜਿਹੜੀ ਇਹ ਸ਼ੂਟਿੰਗ ਗੇਮਸ ਨੇ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਬੱਚਿਆਂ ਦੀ ਸਾਈਕੋਲੋਜੀ ਤੇ। ਡਾਕਟਰ ਸਾਹਿਬ, ਜੇਕਰ ਆਪਾਂ ਭਾਰਤ ਦੇ ਕੇਸਾਂ ਦੀ ਗੱਲ ਕਰੀਏ ਤਾਂ ਜਿਵੇਂ ਮੱਧ ਪ੍ਰਦੇਸ਼ ਦੇ ਕੇਸ ਦਾ ਆਪਾਂ ਜ਼ਿਕਰ ਕੀਤਾ, ਪੰਜਾਬ ਦੇ ਕੇਸ ਦਾ ਜ਼ਿਕਰ ਕੀਤਾ ਕਿ ਗੇਮ ਖੇਡਦੇ ਬੱਚੇ ਨੂੰ ਅਟੈਕ ਆ ਜਾਂਦਾ, ਉਹਦੀ ਕੀ ਖਾਸ ਵਜ੍ਹਾ ਰਹਿੰਦੀ ਆ ਕਿ ਹਾਰਟ ਅਟੈਕ ਉਹਨੂੰ ਆ ਜਾਂਦਾ ਜਾਂ ਦਿਲ ਦਾ ਦੌਰਾ, ਜਿਹਨੂੰ ਅਸੀਂ ਕਹਿੰਦੇ ਦਿਲ ਦਾ ਦੌਰਾ ਪੈ ਜਾਂਦਾ? ਬਿਲਕੁਲ, ਤੇ ਬੇਸਿਕਲੀ ਇਹ ਜਿਹੜਾ ਅਟੈਕ ਅਸੀਂ ਹੁੰਦਾ ਹੈ ਨਾ, ਇਹ ਦਿਲ ਦਾ ਦੌਰਾ ਨਹੀਂ, ਇਹ ਬੇਸਿਕਲੀ ਦਿਮਾਗ ਦਾ ਦੌਰਾ ਹੁੰਦਾ ਜੀ। ਇਹ ਜੇ ਇੰਗਲਿਸ਼ ਜਾਂ ਸਾਇੰਟੀਫਿਕ ਲੈਂਗੁਏਜ ਦੀ ਗੱਲ ਕਰੀਏ, ਇਹਨੂੰ ਅਸੀਂ ਕਹਿੰਦੇ ਐਪੀਲੈਪਸੀ ਜਾਂ ਸੀਜ਼ਰ। ਜੇ ਮੈਂ ਇਹਨੂੰ ਦੇਸੀ ਭਾਸ਼ਾ 'ਚ ਕਹਾਂ ਤੇ ਇਹ ਹੁੰਦਾ ਹੈ ਦੌਰਾ, ਠੀਕ ਹੈ। ਤੇ ਕਈ ਲੋਕੀ ਇਹਨੂੰ ਮਿਰਗੀ ਦਾ ਦੌਰਾ ਵੀ ਕਹਿੰਦੇ ਆ। ਹੁਣ ਜਦ ਵੀ ਸਾਡੇ ਅੱਖਾਂ ਦੇ ਅੱਗੇ ਅਸੀਂ ਬਿਲਕੁਲ ਕਨਸੈਂਟਰੇਟ ਕਰਦੇ ਰਵਾਂਗੇ, ਅਸੀਂ ਬ੍ਰੇਨ ਨੂੰ ਰੈਸਟ ਨਹੀਂ ਦੇਵਾਂਗੇ ਫॉर ਆਵਰਸ ਐਂਡ ਆਵਰਸ ਟੁਗੇਦਰ, ਅਸੀਂ ਕਿਸੇ ਚੀਜ਼ ਤੇ ਇੰਨਾ ਜ਼ਿਆਦਾ ਫੋਕਸ ਕਰਾਂਗੇ ਤੇ ਬਲਿੰਕਿੰਗ ਲਾਈਟਸ, ਠੀਕ ਹੈ, ਇਹ ਸਾਰੇ ਰੀਜ਼ਨ ਹੁੰਦੇ ਹੈ ਦੌਰੇ ਨੂੰ ਇਹ ਟ੍ਰਿਗਰ ਕਰਦੇ ਹੈ, ਠੀਕ ਹੈ। ਹੁਣ ਬ੍ਰੇਨ ਸਾਡੀ ਇੱਕ ਇਲੈਕਟ੍ਰੀਕਲ ਐਕਟੀਵਿਟੀ ਹੈ, ਜੇ ਤੁਸੀਂ ਰੈਸਟ ਨਹੀਂ ਕਰੋਗੇ, ਇਹਨੂੰ ਯੂਜ਼ ਕਰਦੇ ਰਹੋਗੇ, ਸਾਡਾ ਇਲੈਕਟ੍ਰੀਕਲ ਸਰਕਿਟ ਉਹ ਡਿਸਟਰਬ ਹੋ ਜਾਂਦਾ ਹੈ। ਇਹ ਸਾਡੀ ਬ੍ਰੇਨ ਇੰਨਾ ਜ਼ਿਆਦਾ ਵਕਤ ਕਨਸੈਂਟਰੇਟ ਕੰਟੀਨਿਊਸਲੀ ਕਰਨ ਲਈ ਬਣੀ ਨਹੀਂ ਹੈ। ਤੇ ਜੇ ਅਸੀਂ ਉਹਨੂੰ ਇੰਨਾ ਜ਼ਿਆਦਾ ਯੂਜ਼ ਕਰਾਂਗੇ, ਇਲੈਕਟ੍ਰਿਸਿਟੀ ਦੀ ਫਲਕਚੁਏਸ਼ਨਸ ਆਉਂਦੀ ਹੈ, ਜਿਹਦੇ ਕਰਕੇ ਦੌਰੇ ਆਉਣੇ ਸ਼ੁਰੂ ਹੁੰਦੇ। ਅਸੀਂ ਦੇਖਦੇ ਹਾਂ ਬੱਚਿਆਂ ਦੀ ਅੱਖਾਂ ਉੱਤੇ ਹੋ ਜਾਂਦੀ ਹੈ, ਝਟਕੇ ਆਉਣੇ ਸ਼ੁਰੂ ਹੋ ਜਾਂਦੇ ਹੈ। ਐਂਡ ਇਹ ਚੀਜ਼ ਜੇ ਕਈ ਵਾਰ ਸੀਰੀਅਸ ਹੋਈ ਤੇ ਇਹਦੇ ਨਾਲ ਮੌਤ ਵੀ ਹੋ ਸਕਦੀ ਹੈ ਜੀ। ਤਾਂ ਅਸਲ ਜ਼ਿੰਦਗੀ ਦੇ ਵਿੱਚ ਕੋਈ ਵੀ ਬੱਚਾ ਜਾਂ ਟੀਨੇਜਰ ਉਹ ਕ੍ਰਾਈਮ ਨਹੀਂ ਕਰ ਸਕਦਾ, ਨਾ ਉਹਦਾ ਦਿਲ ਕਰੇ, ਪਰ ਅਜਿਹੀਆਂ ਗੇਮਾਂ ਦੇ ਵਿੱਚ ਉਹ ਕ੍ਰਾਈਮ ਵਾਲੀਆਂ ਗੇਮਾਂ ਜ਼ਿਆਦਾ ਖੇਡਦਾ, ਕਿਸੇ ਨੂੰ ਮਾਰ ਦੇਣਾ, ਗੋਲੀ ਮਾਰ ਦੇਣਾ, ਗੱਡੀ ਖੋਹ ਕੇ ਭੱਜ ਜਾਣਾ ਕਿਸੇ ਦੀ, ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਨੂੰ ਅੰਜਾਮ ਗੇਮਾਂ ਦੇ ਵਿੱਚ ਬੱਚਾ ਦਿੰਦਾ। ਤਾਂ ਕੀ ਲੱਗਦਾ ਕਿ ਜੇਕਰ ਬੱਚਾ ਇਹ ਗੇਮਾਂ ਖੇਡਦਾ ਰਹਿੰਦਾ, ਉਹਦੇ ਦਿਮਾਗ ਤੇ ਕਿੱਦਾਂ ਦਾ ਅਸਰ ਪੈ ਸਕਦਾ? ਉਹਨੂੰ ਉਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇਪਨ ਦੇ ਵਿੱਚ ਉਹਨੂੰ ਗੇਮਾਂ ਕ੍ਰਾਈਮ ਵੱਲ ਲਿਜਾ ਸਕਦੀਆਂ ਨੇ? ਬਿਲਕੁਲ ਲੈ ਕੇ ਜਾ ਸਕਦੀਆਂ, ਬਿਕੋਜ਼ ਦੇਖੋ ਅਸੀਂ ਆਪਣੇ ਆਪ ਤੋਂ ਇਨਫਲੂਐਂਸ ਕਿਵੇਂ ਹੁੰਦੇ ਆ ਸਾਡੀ ਸੁਸਾਇਟੀ ਤੋਂ, ਸਾਡੇ ਮੂਵੀਜ਼, ਸਾਡੇ ਐਕਟਰਸ, ਜੇ ਅਸੀਂ ਗੇਮ ਖੇਡ ਰਹੇ ਹਾਂ ਉਹ ਗੇਮ ਦੇ ਕਰੈਕਟਰਸ, ਇਹ ਸਾਰੀ ਚੀਜ਼ਾਂ ਸੁਸਾਇਟੀ ਨੂੰ ਇਨਫਲੂਐਂਸ ਕਰਦੀ ਹੈ। ਤਾਂ ਹੀ ਕਰਕੇ ਬਹੁਤ ਜ਼ਰੂਰੀ ਹੈ ਪੇਰੈਂਟਸ ਨੂੰ ਸਮਝਣਾ ਕਿ ਉਹਨਾਂ ਦਾ ਕੰਟਰੋਲ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਕੀ ਦੇਖ ਰਿਹਾ ਟੀਵੀ ਤੇ ਜਾਂ ਉਹ ਕਿਹੋ ਜਿਹੀ ਗੇਮਸ ਖੇਡ ਰਿਹਾ। ਬਿਕੋਜ਼ ਜੇ ਉਹ ਇੱਦਾਂ ਦੀ ਡਿਸਟਰਕਟਿਵ ਗੇਮਸ ਖੇਡਣਗੇ ਤਾਂ ਉਹਨਾਂ ਦੇ ਨੈਗੇਟਿਵ ਇੰਪੈਕਟ ਤਾਂ ਪੈਣਾ ਹੀ ਹੈ। ਬਿਕੋਜ਼ ਉਹਨਾਂ ਲਈ ਹੁਣ ਸ਼ੂਟਿੰਗ, ਤੁਸੀਂ ਹੁਣ ਕਿਸੇ ਵੀ ਬੱਚੇ ਨੂੰ ਜਾਂ ਜਿਵੇਂ ਪਬਜੀ ਗੇਮ ਵਾਲੇ ਕਿਸੇ ਵੀ ਜੋ ਖੇਡਦਾ ਉਹਨੂੰ ਪੁੱਛ ਲਓ, ਉਹਨਾਂ ਨੂੰ ਸਾਰੇ ਗਨ ਦੇ ਮਾਡਲਸ ਬਾਰੇ ਪਤਾ ਹੁੰਦਾ, ਬਿਲਕੁਲ ਉਹਨਾਂ ਦਾ ਕਿਹੜੇ ਮਾਡਲ ਦਾ ਕੀ ਜ਼ਿਆਦਾ ਫਾਇਦਾ ਹੈ, ਕੀ ਨੁਕਸਾਨ ਹੈ, ਉਹਨਾਂ ਨੂੰ ਪਤਾ ਹੁੰਦਾ। ਤੇ ਉਹਨਾਂ ਦਾ ਜਿਹੜਾ ਹੈ ਲੈਵਲ ਆਫ ਇੰਟਰਸਟ ਬਹੁਤ ਜ਼ਿਆਦਾ ਬਣਦਾ ਰਹਿੰਦਾ ਤੇ ਉਹਨਾਂ ਲਈ ਇੱਕ ਆਮ ਗੱਲ ਹੋ ਜਾਂਦੀ ਹੈ, ਠੀਕ ਹੈ। ਉਹਨਾਂ ਮਾਰ ਕੁਟਾਈ ਦੇਖਣਾ, ਕਿਸੇ ਨੂੰ ਸ਼ੂਟ ਕਰਨਾ ਉਹਨਾਂ ਲਈ ਇੱਕ ਨਾਰਮਲ ਚੀਜ਼ ਹੋ ਜਾਂਦੀ ਹੈ, ਬਿਕੋਜ਼ ਉਹ ਡੇਲੀ ਇਹ ਚੀਜ਼ ਕਰਦੇ ਪਏ ਹੈ, ਠੀਕ ਹੈ, ਆਪਣੀ ਲਾਈਫ 'ਚ। ਤੇ ਜਦ ਤੁਸੀਂ ਇੰਨਾ ਇਨਵੋਲਵ ਹੋ ਜਾਂਦੇ ਹੋ ਨਾ ਤੇ ਬੈਲੈਂਸ ਕਿਸੇ ਟਾਈਮ ਖੋ ਜਾਂਦਾ ਤੇ ਤੁਸੀਂ ਡ੍ਰਿਫਟ ਹੋ ਜਾਂਦੇ ਹੋ ਤੇ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਇਹ ਚੀਜ਼ ਰਿਐਲਿਟੀ ਵਿੱਚ ਵੀ ਜਿਹੜੀ ਹੈ ਐਦਾਂ ਨਹੀਂ ਹੁੰਦੀ, ਤੁਹਾਡੇ ਲਈ ਸਾਰਾ ਇੱਕ ਸਮਾਨ ਹੋ ਜਾਂਦਾ। ਜਿਹੜੇ ਬੱਚੇ ਅਕਸਰ ਵੀਡੀਓ ਵੀ ਵਾਇਰਲ ਹੋ ਜਾਂਦੇ ਨੇ ਕਿ ਬੱਚੇ ਨੀਂਦ ਦੇ ਵਿੱਚ ਬੋਲਦੇ ਰਹਿੰਦੇ ਨੇ ਕਿ ਮੈਨੂੰ ਰਿਵਾਈਵ ਕਰੋ, ਜਾਂ ਗੇਮਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਇਹ ਨੀਂਦ ਜਾਂ ਨੀਂਦ ਬੇਹੋਸ਼ੀ ਤੱਕ ਗੇਮਾਂ ਕਿੱਦਾਂ ਪਹੁੰਚ ਜਾਂਦੀਆਂ ਨੇ ਜੀ? ਬਿਲਕੁਲ, ਦੇਖੋ ਅਸੀਂ ਵੀ ਦੇਖੀ ਵੀਡੀਓ, ਜਿਹੜਾ ਬੱਚਾ ਨੀਂਦ ਵਿੱਚ ਹੀ ਕਹਿ ਰਿਹਾ ਸੀ ਕਿ ਮੈਨੂੰ ਰਿਵਾਈਵ ਕਰ ਲਓ ਜੀ। ਹੁਣ ਹੁੰਦਾ ਕੀ ਹੈ, ਸਾਡਾ ਬ੍ਰੇਨ ਇਹੋ ਜਿਹੀ ਚੀਜ਼ ਹੈ ਕਿ ਰਾਤੀ ਜਦ ਅਸੀਂ ਸੋ ਰਹੇ ਹੁੰਦੇ ਹਾਂ, ਜੋ ਕੁਝ ਅਸੀਂ ਕੀਤਾ ਹੋਇਆ ਹੈ ਪ੍ਰੈਜ਼ੈਂਟ 'ਚ ਜਾਂ ਪਾਸਟ 'ਚ, ਉਹ ਮਾਈਂਡ ਡ੍ਰੀਮਸ ਦੇ ਜ਼ਰੀਏ ਸਾਨੂੰ ਫਿਰ ਕਈ ਵਾਰ ਦਿਸਣਾ ਸ਼ੁਰੂ ਹੋ ਜਾਂਦਾ ਤੇ ਸਾਡੀ ਰਿਐਲਿਟੀ ਨਾਲ ਹੀ ਸਾਡੀ ਡ੍ਰੀਮਸ ਜੁੜੀ ਹੁੰਦੀਆਂ। ਹੁਣ ਜੇ ਬੱਚੇ ਇੰਨਾ ਜ਼ਿਆਦਾ ਇਨਵੋਲਵ ਹੋ ਜਾਣਗੇ ਕਿਸੇ ਵੀ ਗੇਮ 'ਚ ਤੇ ਉਹ ਇਨਵੋਲਵਮੈਂਟ ਉਹਨਾਂ ਦੀ ਨੀਂਦ 'ਚ ਵੀ ਉਹਨਾਂ ਨੂੰ ਦਿਸਦੀ ਹੈ ਤੇ ਤੁਸੀਂ ਕਹਿ ਲਓ ਕਿ ਉਹ ਕਾਈਂਡ ਆਫ ਟ੍ਰੈਪਡ ਹੋ ਜਾਂਦੇ, ਨਾਈਟਮੇਅਰ ਜਿਹਨੂੰ ਅਸੀਂ ਕਹਿੰਦੇ, ਬੁਰੇ ਸੁਪਨੇ। ਤੇ ਉਹ ਬੁਰੇ ਸੁਪਨੇ ਉਹਨਾਂ 'ਚ ਲੱਗ ਰਿਹਾ ਹੁੰਦਾ ਹੈ ਕਿ ਮੈਨੂੰ ਕੋਈ ਫੜ ਰਿਹਾ ਜਾਂ ਮੈਨੂੰ ਕੋਈ ਗੋਲੀ ਮਾਰ ਰਿਹਾ ਹੈ, ਤੇ ਫਿਰ ਉਹ ਕਹਿੰਦੇ ਕਿ ਮੈਨੂੰ ਰਿਵਾਈਵ ਕਰੋ, ਮੈਨੂੰ ਬਚਾ ਲਓ, ਮੈਨੂੰ ਲੱਗ ਗਈ ਹੈ। ਤੇ ਇਹ ਬਹੁਤ ਹੀ ਸੀਰੀਅਸ ਚੀਜ਼ ਹੈ। ਇਹਦੇ ਵੱਲ ਪੇਰੈਂਟਸ ਨੂੰ, ਸਕੂਲਸ ਨੂੰ ਤੇ ਪੂਰੇ ਸੁਸਾਇਟੀ ਨੂੰ
ਐਜੂਕੇਟ ਕਰਨਾ ਬੜਾ ਜ਼ਰੂਰੀ ਹੈ, ਬਿਕੋਜ਼ ਇਹਦੇ ਬਹੁਤ ਹਾਰਮਫੁਲ ਇੰਪੈਕਟ ਹੋ ਸਕਦੇ ਨੇ। ਸਾਡੇ ਨਾਲ ਡਾਕਟਰ ਗੌਰੀ ਜੀ ਵੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੱਚੇ ਗੇਮਾਂ ਖੇਡਦੇ ਜਦੋਂ ਲੰਬਾ ਸਮਾਂ ਗੇਮਾਂ ਖੇਡਦੇ ਨੇ, ਜਾਂ ਬੱਚਿਆਂ ਦੀ ਜਿਹੜੀ ਸਕਰੀਨਿੰਗ ਜ਼ਿਆਦਾ ਸਮਾਂ ਉਹ ਦੇਖਦੇ ਨੇ, ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਨੇ, ਤਾਂ ਕਿੱਦਾਂ ਦੇ ਅਸਰ ਪੈ ਸਕਦੇ ਨੇ? ਅੱਖਾਂ ਦੀ ਨਿਗਾਹ ਵੀ ਲੱਗਦੀ ਆ, ਦਿਮਾਗ ਵੀ ਲੱਗਦਾ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? बच्चे जब गेम्स खेलते हैं, लंबा टाइम गेम खेलते हैं, तो उसके बहुत से साइड इफ़ेक्ट रहते हैं। एक तो उनकी आंखें, ड्राई आंखें होना, आंखों में दर्द होना, सर में दर्द होना। दूसरी बात, बच्चे पेरेंट्स से बहुत दूर हो जाते हैं, कोई पेरेंट्स के साथ कोई इंटरेक्शन नहीं है, वो ज़्यादा अपने ही एक वर्ल्ड में रह जाते हैं। और इसके और इम्पैक्ट ये है कि जो छोटे बच्चे हैं, आजकल तो छोटे बच्चे फ़ोन चला लेते हैं, जिसकी वजह से उनकी स्पीच डिले बहुत ज़्यादा कॉमन है। बच्चे लेट बोलते हैं, या बच्चे माँ बाप से बोलते ही नहीं है, वो अपनी ही दुनिया में कुछ ना कुछ बड़बड़ाना शुरू कर देते हैं, और उसके बाद जो नॉर्मल उनकी लैंग्वेज होती है वो जानी शुरू हो जाती है। तो इसकी तरफ पेरेंट्स को बहुत ध्यान देने की ज़रूरत होती है। और इसका एक बहुत मेजर कारण है स्क्रीन टाइम, कि वो ज़्यादा टाइम जो है स्क्रीन के आगे बैठे रहते हैं। तो इन चीज़ों का स्कूल को और पेरेंट्स को ध्यान देना चाहिए कि वो क्या करते हैं, और उनका स्क्रीन टाइम थोड़ा कम करना चाहिए। जी, तो ਰਿਸ਼ਤਿਆਂ ਤੇ ਕਿੱਦਾਂ ਦਾ ਜਿਹੜਾ ਅਸਰ ਆ ਉਹ ਪੈ ਸਕਦਾ, ਜਾਂ ਉਹਨਾਂ ਦੀ ਸਾਈਕੀ ਤੇ ਮਾਂ ਪਿਓ ਪ੍ਰਤੀ ਕਿੱਦਾਂ ਦਾ ਅਸਰ ਪੈ ਸਕਦਾ? बच्चे जब ज़्यादा टाइम गेम्स के साथ रहेंगे और ये फाइटिंग गेम्स खेलते हैं, मार कुटाई की गेम्स देखते हैं, तो वो वायलेंट हो जाते हैं, उनका बिहेवियर एक लड़ने वाला हो जाता है। तो वो अपने पेरेंट्स के साथ भी उसी तरह बिहेव करना शुरू करते हैं। वो पेरेंट्स के साथ लड़ते हैं, उनके उल्टे जवाब देते हैं, तो एक घर का माहौल ख़राब होता है। फिर ज़्यादा टाइम गेम्स खेलने की वजह से उनका मैक्सिमम टाइम जो है वो गेम्स में रहता है, तो पेरेंट्स के साथ जो बातचीत है बच्चों की वो कम हो जाती है, जिससे माँ बाप और बच्चे के बीच में एक जो रिलेशन गैप आना शुरू हो जाता है, ये बढ़ता ही जाता है। आगे जाके इसका नुकसान होगा, आगे जाके इसका नुकसान रहेगा, क्योंकि बच्चा जब पेरेंट्स के साथ बात ही नहीं करेगा, अपनी दिल की बात ही नहीं बताएगा, और अगर उसको कोई प्रॉब्लम हो रही है वो एग्रेशन के फॉर्म में गेम में निकालता है, तो माँ बाप और बच्चे के बीच में एक डिस्टेंस बनना शुरू हो जाता है, जो इस पे ध्यान देना बहुत ਬੱਚਿਆਂ ਨੂੰ ਸਿਰਫ ਸਰੀਰਕ ਖੇਡਾਂ ਹੀ ਖੇਡਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਸਰੀਰ ਦੀ ਕਸਰਤ ਹੁੰਦੀ ਆ, ਜਾਂ ਉਹ ਮੋਬਾਈਲ ਗੇਮ ਵੀ ਖੇਡ ਸਕਦੇ ਨੇ, ਜਾਂ ਥੋੜ੍ਹੇ ਚਿਰ ਲਈ ਖੇਡ ਸਕਦੇ ਨੇ, ਸ਼ਾਰਟ टाइम ਲਈ? बच्चों के लिए देखिए, गेम जो हम बच्चों को देते हैं उसके कुछ नुकसान हैं और कुछ फ़ायदे हैं। अब जो एजुकेशनल गेम्स हैं जिसमें बच्चा कुछ अच्छा सीख रहा है, वर्ड सीख रहा है, स्टोरी सुन रहा है, वो गेम्स भी लिमिटेड अमाउंट में बच्चों के लिए फ़ायदा करते हैं। लेकिन अगर उनको भी हम लंबा टाइम दें, तब भी बच्चों की जो इंटरेक्शन है, क्योंकि गेम्स के थ्रू जो बच्चों की इंटरेक्शन है वो एक साइड की हो जाती है। जब हम दो बंदे बात करते हैं, तो दो बंदों के बीच में जब बातचीत होती है तो व्यूज़ एक्सप्रेस करते हैं, एक दूसरे के व्यूज़ सुनते हैं, उसमें आपके बिहेवियर में एक ठहराव आता है, आपको सुनने की आदत होती है। लेकिन जब हम सारा टाइम स्क्रीन के आगे बैठे रहेंगे गेम्स के साथ, तो हमारी एक साइड की इंटरेक्शन होती है, जिसमें दूसरा वाला कुछ नहीं बोलता, वो वही बोलता है जो आपके फेवर में हो। तो ये नुकसान तो देता ही है बच्चों को बहुत ज़्यादा। ਛੋਟੇ ਜਿਹੜਾ ਅੱਜ ਦਾ ਦੌਰ ਆ, ਆਪਾਂ ਦੇਖਦੇ ਹਾਂ ਕਿ ਛੋਟੇ ਬੱਚੇ ਵੀ ਮੋਬਾਈਲ ਬਿਨਾਂ ਬਿਲਕੁਲ ਨਹੀਂ ਸਾਰਦੇ, ਰੋਣ ਲੱਗ ਜਾਂਦੇ ਨੇ, ਮੋਬਾਈਲ ਦੇਣਾ ਪੈਂਦਾ, ਜਾਂ ਉਹ ਕੈਂਡੀ ਕਰਸ਼ ਖੇਡਦੇ ਨੇ, ਹੋਰ ਗੇਮਾਂ ਖੇਡਦੇ ਨੇ। ਤਾਂ ਮਾਪਿਆਂ ਨੂੰ ਕਿੱਦਾਂ ਦਾ ਖਿਆਲ ਰੱਖਣਾ ਚਾਹੀਦਾ, ਜਾਂ ਉਹਨਾਂ ਨਾਲ ਕਿੱਦਾਂ ਦਾ ਡੀਲ ਕਰਨਾ ਚਾਹੀਦਾ ਕਿ ਬੱਚਾ ਛੋਟੀ ਉਮਰ 'ਚ ਉਹਨਾਂ ਨਾਲ ਗੁੱਸੇ ਹੋਣਾ ਵੀ ਸ਼ੁਰੂ ਨਾ ਹੋਵੇ, ਤੇ ਉਹ ਮੋਬਾਈਲ ਵੀ ਨਾ ਜ਼ਿਆਦਾ ਦੇਖੇ ਜੀ? आजकल देखा गया है कि कॉमनली देखा गया है कि माँ बाप क्या करते हैं कि अगर बच्चा खाना नहीं खा रहा है तो उसको फ़ोन दे देते हैं, मोबाइल दे देते हैं, गेम लगा देते हैं, कार्टून लगा देते हैं कि बच्चा खाना खा ले। इसका इफ़ेक्ट ये आ रहा है कि बच्चे को पता ही नहीं लगता कि वो खा क्या रहा है, उसको किसी चीज़ का टेस्ट ही नहीं पता, वो प्रेजेंट ही नहीं होता खाने उस सिचुएशन में प्रेजेंट ही नहीं है, उसको पता ही नहीं है कि वो बस अपनी गेम में ही लॉस्ट है जी। तो ये एक बहुत हानिकारक चीज़ है। जब हमें पता ही नहीं है हम क्या खा रहे हैं, तो हम उस चीज़ का टेस्ट नहीं डेवलप करते। तो इसके लिए क्या करना चाहिए कि पेरेंट्स को सबसे पहले छोटे बच्चों को बिल्कुल फ़ोन बंद करना चाहिए, बिल्कुल फ़ोन नहीं देना चाहिए, और ये आदत ही नहीं डालनी चाहिए बच्चों को। अगर आपने कुछ खिलाना है या बच्चों के साथ आपने कुछ काम कराना है, तो पेरेंट्स बैठे उनके साथ, जो घर के मेंबर्स हैं वो उनके साथ बैठें। जैसे पहले के टाइम में माँ बाप बैठ के बच्चों के साथ खेलते थे, जो घर में बैठ के खेलने वाली गेमें, जैसे लूडो हो गई, ठीक है ना, स्नेक्स एंड लैडर्स हो गई, ये कौन छोटी छोटी गेमें हैं जो पेरेंट्स, जो माँ बाप खेलते थे बच्चों के साथ। अगर माँ बाप वो चीज़ें बच्चों के साथ खेले तो ज़्यादा अच्छा इंटरेक्शन रहेगा पेरेंट्स के बीच में भी, और बच्चे ज़्यादा माँ बाप की सुनेंगे। ਡਾਕਟਰ ਬਿਕਰਮ ਜੀ, ਜੇਕਰ ਅਸੀਂ ਦੇਖੀਏ 16 ਤੋਂ 18 ਸਾਲ ਦੇ ਵਿੱਚ, ਜਾਂ 18 ਤੋਂ 20 ਸਾਲ ਦੇ ਵਿੱਚ ਜਿਹੜੇ ਨੌਜਵਾਨ ਗੇਮਾਂ ਖੇਡਦੇ ਨੇ ਜਾਂ ਲੰਬਾ ਸਮਾਂ ਸਕਰੀਨਿੰਗ ਤੇ ਲੱਗੇ ਜਾਂਦੇ ਨੇ, ਕਿ ਇਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਇਹਨੂੰ ਮੰਨ ਲਿਆ ਜਾਵੇ ਕਿ ਇਹ ਵੀ ਇੱਕ ਬਿਮਾਰੀ ਆ, ਲੰਬਾ ਸਮਾਂ ਫੋਨ ਦੀ ਐਡਿਕਸ਼ਨ ਹੋਣਾ ਗੇਮਾਂ ਲਈ?
ਬਿਲਕੁਲ, ਦੇਖੋ ਐਡਿਕਸ਼ਨ ਤਾਂ ਐਦਾਂ ਦੀ ਚੀਜ਼ ਹੈ ਕਿ ਉਹ ਕਿਸੇ ਚੀਜ਼ ਨਾਲ ਵੀ ਹੋ ਜਾਂਦੀ ਹੈ ਜੀ। ਮੈਂ ਤਾਂ ਬੱਚਿਆਂ ਨੂੰ ਹੀ ਗੱਲ ਛੱਡੋ, ਮੈਂ ਤਾਂ ਇਹ ਕਹਿਣਾ ਕਿ ਅੱਜ ਕੱਲ੍ਹ ਸਾਰੇ ਏਜ ਗਰੁੱਪ ਇਕੁਅਲੀ ਅਫੈਕਟਡ ਨੇ ਜੀ। ਜੇ ਅਸੀਂ ਦੇਖੀਏ ਤੇ ਅਡਲਟ ਗਰੁੱਪ ਮੋਰ ਦੈਨ 18 20 ਇਅਰਸ ਦੇ ਬ੍ਰੈਕਟ ਲੈ ਲਓ, 40 ਦੇ ਬ੍ਰੈਕਟ ਲੈ ਲਓ, ਸਭ ਨੂੰ ਆਦਤ ਪੈ ਗਈ ਹੈ ਕਿ ਰਾਤੀ ਲਾਸਟ ਥਿੰਗ ਇਜ਼ ਫੋਨ ਐਂਡ ਸਵੇਰੇ ਉੱਠਦੇ ਪਹਿਲੀ ਚੀਜ਼ ਇਜ਼ ਫੋਨ। ਹੁਣ ਕੋਈ ਇੱਦਾਂ ਦਾ ਰੇਅਰ ਬੰਦੇ ਹੀ ਰਹਿ ਗਏ ਜਿਹੜੇ ਸਵੇਰੇ ਉੱਠ ਕੇ ਪਹਿਲੇ ਸਾਰੇ ਮੈਸੇਜ ਨਹੀਂ ਚੈੱਕ ਕਰਦੇ ਜਾਂ ਫੇਸਬੁੱਕ ਇੰਸਟਾਗ੍ਰਾਮ ਨਹੀਂ ਚੈੱਕ ਕਰਦੇ। ਸੋ ਇਹ ਚੀਜ਼ ਸਾਡੇ ਮਾਈਂਡ 'ਤੇ ਬਹੁਤ ਜ਼ਿਆਦਾ ਪਲੇ ਕਰਦਾ ਹੈ। ਬਟ ਜਿਹੜਾ 16 to 18 ਦਾ ਬ੍ਰੈਕਟ ਹੈ ਉਹਨਾਂ ਨੂੰ ਇਹ ਜ਼ਿਆਦਾ ਕਿਉਂ ਅਫੈਕਟ ਕਰਦਾ? ਬਿਕੋਜ਼ ਇਹ ਬਹੁਤ ਕ੍ਰੂਸ਼ਲ ਟਾਈਮ ਹੁੰਦਾ ਹੈ ਉਹਨਾਂ ਦੇ ਕਰੀਅਰ ਦਾ ਐਂਡ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦਾ। ਬਿਕੋਜ਼ ਉਹ ਟਾਈਮ ਹੈ ਜਦ ਬੋਡੀ ਆਪਣੇ ਆਪ ਹੀ ਬਹੁਤ ਹਾਰਮੋਨਲ ਚੇਂਜਸ ਉਹਦੇ 'ਚ ਹੋ ਰਹੇ ਨੇ, ਤੇ ਉਹ ਟਾਈਮ ਹੁੰਦਾ ਜਦ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਉਹ ਸ਼ੇਪ ਅਪ ਹੋਣੀ ਸ਼ੁਰੂ ਹੁੰਦੀ ਹੈ। ਤੇ ਜੇ ਉਸ ਟਾਈਮ ਤੁਸੀਂ ਕਰੈਕਟ ਸਟੈਪਸ ਨਾ ਲਓ ਆਪਣੀ ਪਰਸਨੈਲਿਟੀ ਵੱਲ, ਤੇ ਉਹਦਾ ਲਾਸਟਿੰਗ ਇਫੈਕਟ ਰਹਿ ਸਕਦਾ ਪੂਰੀ ਲਾਈਫ। ਤੇ ਇਸ ਕਰਕੇ ਬੜਾ ਜ਼ਰੂਰੀ ਹੈ ਪੇਰੈਂਟਸ ਨੂੰ ਸਮਝਣਾ। ਤੇ ਜੇ ਅਸੀਂ ਗੱਲ ਕਰੀਏ ਪੀਡੀਆਟ੍ਰਿਕਸ ਦੀ, ਤੇ ਪ੍ਰੋਪਰ ਗਾਈਡਲਾਈਨਸ ਹੈ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਵੱਲੋਂ, ਪ੍ਰੋਪਰ ਗਾਈਡਲਾਈਨਸ ਹੈ ਕਿ ਫੋਨ ਕਿੰਨਾ ਯੂਜ਼ ਹੋਣਾ ਚਾਹੀਦਾ ਹੈ। 2 ਇਅਰਸ ਤੱਕ ਬਿਲਕੁਲ ਫੋਨ ਜਾਂ ਸਕਰੀਨ ਟਾਈਮ ਅਲਾਉਡ ਨਹੀਂ ਹੁੰਦਾ, ਉਸ ਤੋਂ ਬਾਅਦ ਹਾਫ ਐਨ ਆਵਰ ਅ ਡੇ ਅਲਾਉਡ ਹੁੰਦਾ ਹੈ। ਤੇ ਐਦਾਂ ਕਰਕੇ ਇਹ ਗਾਈਡਲਾਈਨਸ ਪੇਰੈਂਟਸ ਨੂੰ ਪਤਾ ਹੋਣੀ ਬੜੀ ਜ਼ਰੂਰੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ। ਸੋ ਡਾਕਟਰ ਗੌਰੀ ਤੇ ਵਿਕਰਮ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀਆਂ ਖੇਡਾਂ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਵੱਲ ਵੀ ਲਿਜਾ ਸਕਦੀਆਂ ਨੇ, ਉਹਨਾਂ ਦੇ ਅੰਦਰ ਕ੍ਰਾਈਮ ਕਰਨ ਦੀ, ਜੁਰਮ ਕਰਨ ਦੀ ਜਿਹੜੀ ਸਮਰੱਥਾ ਨੇ ਉਹਨੂੰ ਵਧਾ ਸਕਦੀਆਂ ਨੇ, ਉਹਨੂੰ ਪੈਦਾ ਕਰ ਸਕਦੀਆਂ ਨੇ। ਜਦੋਂ PUBG ਬੰਦ ਹੋਈ ਆ ਤਾਂ ਅਕਸ਼ੇ ਕੁਮਾਰ ਗੇਮ ਇੱਕ ਲਾਂਚ ਕਰਦੇ ਨੇ ਆਤਮ ਨਿਰਭਰ ਦਾ ਨਾਮ ਦੇ ਕੇ, ਫੌਜੀ ਗੇਮ। ਉਸ ਤੋਂ ਬਾਅਦ ਬਹੁਤ ਸਾਰੀਆਂ ਗੇਮਾਂ ਲਾਂਚ ਹੁੰਦੀਆਂ ਨੇ, ਕਾਲ ਡਿਊਟੀ ਇੱਕ ਗੇਮ ਆ ਉਹ ਲਾਂਚ ਹੁੰਦੀ ਆ, ਫਰੀ ਫਾਇਰ ਲਾਂਚ ਹੁੰਦੀ ਆ, ਬਹੁਤ ਸਾਰੀਆਂ ਗੇਮਾਂ ਨੇ ਜਿਹੜੀਆਂ ਸਿਰਫ ਕ੍ਰਾਈਮ ਪੇਸ਼ਾ ਜਿਹੜੀਆਂ ਖੇਡਾਂ ਅਸੀਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ। ਪਰ ਸਰਕਾਰਾਂ ਨੂੰ ਚਾਹੀਦਾ ਕਿ ਮੋਬਾਈਲ ਗੇਮਾਂ ਦੇਣ ਦੀ ਥਾਂ ਸਾਡੇ ਬੱਚਿਆਂ ਨੂੰ ਇੱਕ ਸੋਹਣਾ ਜਿਹੜਾ ਇੱਕ ਚਗਿਰਦਾ ਉਹ ਦੇਣ, ਇੱਕ ਸੋਹਣਾ ਆਲਾ ਦੁਆਲਾ ਦੇਣ ਜਿੱਥੇ ਬੱਚੇ ਸਰੀਰਕ ਖੇਡਾਂ ਖੇਡ ਸਕਣ, ਜਿਨ੍ਹਾਂ ਦੇ ਨਾਲ ਸਰੀਰ ਦੀ ਵੀ ਕਸਰਤ ਹੋਵੇ, ਦਿਮਾਗ ਦੀ ਵੀ ਕਸਰਤ ਹੋਵੇ। ਸੋ ਬਾਕੀ ਵੱਡੇ ਲੋਕਾਂ ਨੂੰ ਵੀ ਇਸ ਦੀ ਬਿਮਾਰੀ ਆ ਜਿਹੜੀ ਡਾਕਟਰ ਕਹਿੰਦੇ ਇਸ ਨੂੰ ਅਸੀਂ ਮੰਨ ਸਕਦੇ ਹਾਂ ਕਿ ਵੱਡੇ ਲੋਕਾਂ ਨੂੰ ਵੀ ਐਡਿਕਸ਼ਨ ਇਸ ਕਦਰ ਲੱਗ ਚੁੱਕੀ ਆ, ਭਾਵੇਂ ਉਹ ਲੰਬਾ ਸਮਾਂ ਗੇਮ ਖੇਡਦੇ ਨੇ ਜਾਂ ਸਕਰੀਨਿੰਗ ਆ ਜਿਹੜੀ ਯੂਜ਼ ਕਰਦੇ ਨੇ। ਉਹਨਾਂ ਨੂੰ ਨੈੱਟ 'ਤੇ ਜਾ ਕੇ ਜਾਂ ਕਿਸੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਕਿ ਲੰਬਾ ਸਮਾਂ ਜਿਹੜਾ ਫੋਨ ਆ ਉਹ ਨਾ ਚਲਾਇਆ ਜਾਵੇ ਜਾਂ ਉਹਦੇ ਕੀ ਨੁਕਸਾਨ ਨੇ। 2 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਬਿਲਕੁਲ ਵੀ ਮੋਬਾਈਲ ਨਹੀਂ ਦੇਣਾ ਚਾਹੀਦਾ। ਡਾਕਟਰ ਗੌਰੀ ਹੋਰਾਂ ਨੇ ਸਾਨੂੰ ਦੱਸਿਆ ਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਉਹਨੂੰ ਮੋਬਾਈਲ ਲਾ ਕੇ ਦੇ ਦਿੱਤਾ ਜਾਂਦਾ ਹੈ ਕਿ ਉਹ ਕੀ ਖਾ ਰਿਹਾ, ਉਹ ਕੀ ਪੀ ਰਿਹਾ, ਉਹ ਉੱਥੇ ਪ੍ਰੈਜ਼ੈਂਟ ਹੀ ਨਹੀਂ ਹੁੰਦਾ, ਉੱਥੇ ਉਹ ਸ਼ਾਮਲ ਹੀ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਜਿਹੜੇ ਜ਼ਿੰਦਗੀ ਦੇ ਸਵਾਦ ਨੇ, ਸੁੱਖ ਨੇ, ਅਸੀਂ ਗਵਾ ਲਏ ਨੇ। ਚਾਹ ਪੀਣ ਵੇਲੇ ਅਸੀਂ ਚਾਹ ਕੋਲ ਨਹੀਂ ਹੁੰਦੇ, ਰੋਟੀ ਖਾਣ ਵੇਲੇ ਅਸੀਂ ਰੋਟੀ ਖਾਣ ਵੇਲੇ ਨਹੀਂ ਹੁੰਦੇ। ਤਾਂ ਹਰ ਇੱਕ ਬੰਦੇ ਨੂੰ ਲੱਭਣਾ ਪਵੇਗਾ, ਆਪਣੇ ਆਪ ਦੇ ਵਿੱਚ ਸੋਚਣਾ ਪਵੇਗਾ ਕਿ ਉਹ ਆਖਰ ਹੈ ਕਿੱਥੇ। ਸੋ ਇਹ ਇੱਕ ਵੱਡਾ ਸਵਾਲ ਆ। ਇਹਦੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਜੋੜਨਾ ਚਾਹਾਂਗੇ ਕਿ ਬੱਚਿਆਂ ਨੂੰ ਹੁਣ ਸਕਰੀਨਿੰਗ 'ਤੇ ਹੀ ਕੰਮ ਦਿੱਤਾ ਜਾ ਰਿਹਾ, ਮੋਬਾਈਲ 'ਤੇ ਕੰਮ ਦਿੱਤਾ ਜਾ ਰਿਹਾ। ਤਾਂ ਇਹ ਵੀ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਮੁੱਦਾ ਜਿਹੜਾ ਬਣ ਸਕਦਾ ਕਿ ਲੰਬਾ ਸਮਾਂ ਸਕਰੀਨਿੰਗ ਦੇ ਲਈ ਪੜ੍ਹਾਈ ਵੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਮੋਬਾਈਲਾਂ 'ਤੇ ਉਹ ਵੀ ਜ਼ਿੰਮੇਵਾਰ ਆ। ਸੋ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ। ਬੱਚਿਆਂ ਨੂੰ ਜਿੰਨਾ ਸੋਹਣਾ ਚਗਿਰਦਾ ਤੁਸੀਂ ਦੇ ਸਕਦੇ ਹੋ ਤਾਂ ਉਹਨਾਂ ਨੂੰ ਖੇਡਣ ਦੇ ਲਈ ਦਿਓ। ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਵਿੱਖ, ਤੁਹਾਡੇ ਬੱਚੇ ਜਿਨ੍ਹਾਂ 'ਤੇ ਤੁਸੀਂ ਬਹੁਤ ਸਾਰੀਆਂ ਆਸਾਂ ਲਾਈਆਂ ਨੇ ਉਹ ਤੁਹਾਡੇ ਹੱਥਾਂ ਦੇ ਵਿੱਚੋਂ ਇਸ ਤਰ੍ਹਾਂ ਖੁੱਸ ਜਾਣ ਜਿਸ ਤਰ੍ਹਾਂ ਮੁੱਠੀ ਦੇ ਵਿੱਚੋਂ ਰੇਤ ਖੁੱਸ ਜਾਂਦੀ ਹੈ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ। ਕੈਮਰਾਮੈਨ ਸੋਨੂ ਜਾਂਸਲਾ ਦੇ ਨਾਲ ਮੈਂ ਸਫਰ ਚੰਡੀਗੜ੍ਹ ਤੋਂ। Please subscribe Pravasi TV and press the bell icon.